हाँ जी, नैक्सट कंसैप्ट जिहड़ा अज असीं डिस्कस करांगे सोशल प्रॉब्लम्स दे अंडर आउंदा है सोशल प्रॉब्लम्स एंड मेजर लॉस चाइल्ड लेबर। चाइल्ड लेबर ਜਦੋਂ ਅਸੀਂ ਦੇਖਦੇ ਹਾਂ ਕਿ ਸੋਸਾਇਟੀ ਦੇ ਵਿੱਚ ਟ੍ਰੈਡੀਸ਼ਨਲ ਟਾਈਮ ਤੋਂ ਚਾਈਲਡ ਲੇਬਰ ਦਾ ਕੰਸੈਪਟ ਜਿਹੜਾ ਹੈਗਾ ਸਾਨੂੰ ਦੇਖਣ ਨੂੰ ਮਿਲ ਜਾਂਦਾ। ਚਾਈਲਡ ਲੇਬਰ ਦੇ ਅਕੋਰਡਿੰਗਲੀ ਇਹ ਦੇਖਿਆ ਜਾਂਦਾ ਪਹਿਲਾਂ ਤਾਂ ਇਹ ਟ੍ਰੈਡੀਸ਼ਨਲ ਟਾਈਮ ਤੇ ਇਹ ਜਿਹੜਾ ਐਕਟ ਸੀਗਾ ਇੰਡੀਅਨ ਫੈਕਟਰੀ ਐਕਟ 1881 ਬਿਫੋਰ ਇੰਡੀਪੈਂਡੈਂਸ ਰਾਈਟ, ਉਦੋਂ 7 ਈਅਰਸ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਸੀ ਉਹਨਾਂ ਨੂੰ ਲੇਬਰ ਨਾ ਕਰਨ ਦੀ ਪਰਮਿਸ਼ਨ ਸੀ। ਹੌਲੀ ਹੌਲੀ ਇਸ ਦੇ ਵਿੱਚ ਚੇਂਜਸ ਆਉਂਦੀਆਂ ਰਹੀਆਂ। ਟ੍ਰੈਡੀਸ਼ਨਲ ਟਾਈਮ ਤੋਂ ਲੈ ਕੇ ਮਾਡਰਨ ਟਾਈਮ ਤੱਕ ਬਹੁਤ ਜ਼ਿਆਦਾ ਚੇਂਜਸ ਹੋਈਆਂ ਨੇਗੀਆਂ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਚਾਈਲਡ ਲੇਬਰ ਹੁੰਦੀ ਕੀ ਹੈ। ਚਾਈਲਡ ਲੇਬਰ ਦੇ ਵਿੱਚ ਇੱਕ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਇੱਕ ਏਜ ਲਿਮਟ ਦੱਸ ਦਿੱਤੀ ਗਈ ਹੈ ਕਿ ਜਿਹੜੇ ਬਿਲੋ 14 ਈਅਰਸ ਓਲਡ ਚਿਲਡਰਨ ਹੋਣਗੇ ਉਹਨਾਂ ਉਹ ਜਿਹੜੇ ਹੈਗੇ ਨੇ ਲੇਬਰ ਕਰਨ ਦੀ ਉਹਨਾਂ ਨੂੰ ਪਰਮਿਸ਼ਨ ਨਹੀਂ ਹੋਏਗੀ। ਕੁਛ ਥਾਂ ਤੇ ਕੁਛ ਇਹੋ ਜਿਹੇ ਕੰਮ ਹੈਗੇ ਨੇ ਜਿਨ੍ਹਾਂ ਦੇ ਵਿੱਚ ਬਿਲੋ 14 ਈਅਰਸ ਨਹੀਂ ਰੱਖਿਆ ਜਾਂਦਾ। ਕੁਛ ਥਾਂ ਤੇ ਕੁਛ ਇਹੋ ਜਿਹੇ ਆਕੂਪੇਸ਼ਨ ਹੈਗੇ ਨੇ, ਕੁਛ ਇਸ ਤਰ੍ਹਾਂ ਦੇ ਕੰਮ ਹੈਗੇ ਨੇ ਜਿੱਥੇ ਐਜ਼ ਏ ਲੇਬਰ 15 ਈਅਰਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਰੱਖਿਆ ਜਾ ਸਕਦਾ। ਹੁਣ ਚਾਈਲਡ ਲੇਬਰ ਦੀ ਇੱਕ ਮੇਜਰ ਸੋਸ਼ਲ ਪ੍ਰੋਬਲਮ ਹੈਗੀ ਹੈ ਕਿਉਂਕਿ ਅਸੀਂ ਜਿਹੜੀਆਂ ਪੂਅਰ ਫੈਮਲੀਜ਼ ਹੈਗੇ ਨੇ ਜਾਂ ਪੂਅਰੈਸਟ ਫੈਮਲੀਜ਼ ਹੈਗੀਆਂ ਨੇਗੀਆਂ, ਜਦੋਂ ਅਸੀਂ ਉਹਨਾਂ ਦੇ ਫੈਮਲੀ ਸਟਰਕਚਰ ਨੂੰ ਦੇਖਦੇ ਹਾਂ ਤਾਂ ਉੱਥੇ ਉਹਨਾਂ ਦੀਆਂ ਬੇਸਿਕ ਨੀਡਸ ਪੂਰੀਆਂ ਕਰਨ ਦੇ ਲਈ ਉਹਨਾਂ ਲਈ ਕੰਪਲਸਰੀ ਹੋ ਜਾਂਦਾ ਕਿ ਉਹਨਾਂ ਦੀ ਫੁੱਲ ਫੈਮਲੀ ਜਿਹੜੀ ਹੈਗੀ ਹੈ, ਫੈਮਲੀ ਦੇ ਵਿੱਚ ਅਡਲਟ ਦੇ ਨਾਲ ਨਾਲ ਬੱਚੇ ਵੀ ਜਿਹੜੇ ਹੈਗੇ ਨੇ ਉਹ ਵੀ ਕੰਮ ਕਰਨ ਤਾਂ ਕਿਤੇ ਜਾ ਕੇ ਉਹ ਆਪਣੀਆਂ ਬੇਸਿਕ ਨੀਡਸ ਪੂਰੀਆਂ ਕਰ ਸਕਦੇ ਨੇ, ਰਾਈਟ। ਹੁਣ ਇੱਥੇ ਅਸੀਂ ਦੇਖਦੇ ਹਾਂ ਸਪੋਜ਼ ਕਰੋ ਇੱਕ ਪੂਅਰ ਫੈਮਿਲੀ ਹੈ, ਉਸ ਦੇ ਵਿੱਚ ਫਾਦਰ ਮਦਰ ਨੇ ਜਿਹੜੇ ਕਿ ਲੇਬਰ ਕਰ ਰਹੇ ਨੇ, ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਕਿਸੇ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਨੇ, ਕਿਸੇ ਹਾਊਸ ਹੋਲਡ ਵਰਕ ਦੇ ਵਿੱਚ ਲੱਗੇ ਹੋਏ ਨੇ ਜਾਂ ABCD ਕੋਈ ਵੀ ਕੰਮ ਕਰ ਰਹੇ ਨੇ, ਰਾਈਟ। ਤਾਂ ਇੱਥੇ ਫਾਦਰ ਐਂਡ ਮਦਰ ਜਿਹੜੇ ਹੈਗੇ ਨੇ ਦੋਨੋਂ ਕੰਮ ਕਰਨਗੇ, ਇਹ ਉਹਨਾਂ ਨੂੰ ਪਰਮਿਸ਼ਨ ਹੈਗੀ ਉਹ ਕਰ ਸਕਦੇ ਆ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਦੋਂ ਅਸੀਂ ਪੂਅਰ ਫੈਮਲੀਜ਼ ਦੀ ਗੱਲ ਕਰਦੇ ਹਾਂ ਤਾਂ ਮੈਕਸਿਮਮ ਉਹਨਾਂ ਦੇ 3-4 ਬੱਚੇ ਹੁੰਦੇ ਆ। ਕੁਛ ਫੈਮਲੀਜ਼ ਨਹੀਂ ਵੀ ਹੁੰਦੀਆਂ ਜਿਨ੍ਹਾਂ ਦੇ ਇੰਨੇ ਜ਼ਿਆਦਾ ਬੱਚੇ ਨਹੀਂ ਹੁੰਦੇ, ਪਰ ਜ਼ਿਆਦਾ ਅਸੀਂ ਮੈਜੋਰਿਟੀ ਦੇ ਵਿੱਚ ਦੇਖਦੇ ਹਾਂ ਤਾਂ ਉਹਨਾਂ ਦੇ ਬੱਚੇ 3-4 ਬੱਚੇ ਹੁੰਦੇ ਆ। ਸਪੋਜ਼ ਕਰੋ ਇੱਕ ਫੈਮਿਲੀ ਆ, ਫਾਦਰ ਮਦਰ ਹੈ, ਉਹਨਾਂ ਦੇ 4 ਬੱਚੇ ਨੇ ਜਿਨ੍ਹਾਂ ਦੀ ਏਜ ਬਿਲੋ 15 ਹੈ, 14 ਸਾਲ ਤੋਂ ਘੱਟ ਉਮਰ ਦੇ ਨੇ, ਰਾਈਟ। ਉਹਨਾਂ ਦੇ ਵਿੱਚੋਂ ਇੱਕ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਨ ਜਾ ਰਹੇ ਆ, ਇੱਕ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਜਾ ਰਹੇ ਆ, ਹੈ ਨਾ, ਕੋਈ ਕਿਸੇ ਸਾਈਟ ਤੇ ਕੰਮ ਕਰਨ ਲਈ ਜਾ ਰਹੇ ਆ, ਤਾਂ ਹੈਗੇ ਉਹ 14 ਸਾਲ ਤੋਂ ਘੱਟ ਉਮਰ ਦੇ ਆ। ਤਾਂ ਇੱਥੇ ਉਹਨਾਂ ਦੀ ਇੱਕ ਬੇਸਿਕ ਨੀਡ ਹੈ ਕਿ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ, ਆਪਣੀ ਲਾਈਫ ਸਰਵਾਈਵ ਕਰਨ ਦੇ ਲਈ ਲੇਬਰ ਕਰਨ ਦੀ ਲੋੜ ਹੈ। ਤਾਂ ਇੱਥੇ ਚਾਈਲਡ ਲੇਬਰ ਜਿਹੜੀ ਹੈਗੀ ਆ ਹੋ ਰਹੀ ਹੁੰਦੀ ਹੈ। ਹੁਣ ਇਹ ਚਾਈਲਡ ਲੇਬਰ ਤਾਂ ਹੋ ਰਹੀ ਹੈ, ਪਰ ਇੱਥੇ ਜੇਕਰ ਇਹ 14 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਘਰ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਕੰਮ ਕਰ ਰਹੇ ਨੇ, ਉਹ ਕੰਸੀਡਰ ਨਹੀਂ ਕੀਤਾ ਜਾਊਗਾ ਕਿ ਉਹ ਕੰਮ ਨਹੀਂ ਕਰ ਸਕਦੇ। ਆਪਣੀ ਘਰ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਆਪਣਾ ਕੰਮ ਕਰ ਸਕਦੇ ਨੇ, ਆਪਣੇ ਮਦਰ ਫਾਦਰ ਦੀ ਹੈਲਪ ਕਰ ਸਕਦੇ ਨੇ, ਸਪੋਰਟ ਕਰ ਸਕਦੇ ਨੇ ਉਹਨਾਂ ਨੂੰ। ਪਰ ਜਦੋਂ ਉਹ ਆਪਣੀ ਫੈਮਿਲੀ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਉਹ ਚਾਈਲਡ ਲੇਬਰ ਦੇ ਵਿੱਚ ਕੰਸੀਡਰ ਨਹੀਂ ਕੀਤਾ ਜਾਊਗਾ। ਜੇਕਰ ਉਹ ਫੈਮਿਲੀ ਤੋਂ ਬਾਹਰ ਕੰਮ ਕਰਨ ਲਈ ਜਾ ਰਹੇ ਨੇ ਤਾਂ ਉਹ ਚਾਈਲਡ ਲੇਬਰ ਦੇ ਲਈ ਕੰਸੀਡਰ ਕੀਤਾ ਜਾਊਗਾ ਤੇ ਉਸ ਤਰ੍ਹਾਂ ਦੀ ਜਿਹੜੀ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਪਰਮਿਸ਼ਨ ਨਹੀਂ ਹੈਗੀ। ਹੁਣ ਇੱਥੇ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਇਹ ਲੋੜ ਪਈ ਹੈ, ਕਿਉਂ ਪਈ ਹੈ? ਕਿਉਂਕਿ ਉਹ ਆਪਣੀਆਂ ਉਹਨਾਂ ਦੇ ਕੋਲ ਇਨਕਮ ਦੇ ਸੋਰਸ ਨਹੀਂ ਹੈਗੇ, ਉਹ ਆਪਣੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦੇ, ਇਸ ਕਰਕੇ ਉਹਨਾਂ ਨੂੰ ਫੁੱਲ ਫੈਮਿਲੀ ਜਿਹੜੀ ਹੈਗੀ ਹੈ ਉਹ ਸਾਰੀ ਕੰਮ ਕਰਨ ਲਈ ਜਾ ਰਹੀ ਹੈ ਤਾਂ ਹੀ ਉਹ ਆਪਣੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਨੇ, ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਉਹੀ ਪੂਰੀਆਂ ਕਰ ਸਕਦੇ ਨੇ। ਹੁਣ ਜਦੋਂ ਇਸ ਤਰ੍ਹਾਂ ਦੀ ਚਾਈਲਡ ਲੇਬਰ ਹੁੰਦੀ ਹੈ ਤਾਂ ਉੱਥੇ ਹੋਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਇਸ ਦੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ। ਚਾਈਲਡ ਲੇਬਰ ਇੱਕ ਆਪਣੇ ਆਪ ਦੇ ਵਿੱਚ ਸੋਸ਼ਲ ਪ੍ਰੋਬਲਮ ਹੈਗੀ ਆ, ਪਰ ਜਦੋਂ ਛੋਟੇ ਬੱਚਿਆਂ ਨੂੰ ਕੰਮ ਤੇ ਰੱਖਿਆ ਜਾਂਦਾ ਹੈ, ਕਿਸੇ ਅਸੀਂ ਦੇਖਦੇ ਹਾਂ ਹੋਟਲ ਦੇ ਵਿੱਚ ਕੰਮ ਕਰਨ ਲਈ ਰੱਖਿਆ ਹੁੰਦਾ, ਰੈਸਟੋਰੈਂਟ ਦੇ ਵਿੱਚ ਕੰਮ ਕਰਨ ਲਈ ਰੱਖਿਆ ਹੁੰਦਾ ਹੈ ਨਾ, ਫੈਕਟਰੀ ਦੇ ਵਿੱਚ ਜਾਂ ਘਰਾਂ ਦੇ ਵਿੱਚ,
ਕੰਮ ਕਰਨ ਲਈ ਛੋਟੇ ਬੱਚੇ ਰੱਖੇ ਹੁੰਦੇ ਆ, ਤਾਂ ਉਹਨਾਂ ਨਾਲ ਜੋ ਬਿਹੇਵੀਅਰ ਹੁੰਦਾ ਹੈ ਉਹ ਬਿਲਕੁਲ ਵੀ ਸਹੀ ਨਹੀਂ ਹੁੰਦਾ। ਇਨਹਿਊਮਨ ਟਰੀਟਮੈਂਟ ਉਹਨਾਂ ਨਾਲ ਕੀਤਾ ਜਾਂਦਾ ਹੈ, ਹਿਊਮਨ ਬਿਹੇਵੀਅਰ ਉਹਨਾਂ ਨਾਲ ਨਹੀਂ ਕੀਤਾ ਜਾਂਦਾ। ਬੜੇ ਉਹਨਾਂ ਨੂੰ ਰੂਡ ਵਰਡਿੰਗ ਜਿਹੜੀ ਹੈਗੀ ਆ ਉਹਨਾਂ ਲਈ ਯੂਜ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਬੁਲਾਉਣਾ, ਉਹਨਾਂ ਨੂੰ ਕੰਮ ਲਈ ਕਹਿਣਾ, ਕਹਿਣ ਦਾ ਤਰੀਕਾ ਇੰਨਾ ਹੁੰਦਾ ਕਿ ਉਹ ਹੌਲੀ ਹੌਲੀ ਉਹ ਇਸ ਤੇ ਯੂਜ਼ ਤਾਂ ਹੋ ਜਾਂਦੇ ਨੇ, ਬਟ ਉਸ ਤੋਂ ਬਾਅਦ ਦੇ ਵਿੱਚ ਉਹ ਉਹਨਾਂ ਦੇ ਅੰਦਰ ਇੱਕ ਕ੍ਰਿਮੀਨਲ ਹਿਊਮਨ ਬੀਇੰਗ ਜਿਹੜਾ ਹੈਗਾ ਹੌਲੀ ਹੌਲੀ ਬਣਨਾ ਸ਼ੁਰੂ ਹੋ ਜਾਂਦਾ ਹੈ। ਇੱਕ ਆਮ ਜਿਹੜੇ ਹਿਊਮਨ ਬੀਇੰਗ ਸੀਗਾ, ਜਦੋਂ ਉਸਦੇ ਨਾਲ ਇਨਹਿਊਮਨ ਟਰੀਟਮੈਂਟ ਕੀਤਾ ਜਾਂਦਾ ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਹੈਗਾ ਇੱਕ ਕ੍ਰਿਮੀਨਲ ਪਰਸਨ ਬਣਨਾ ਉਹਦੀ ਇੱਕ ਸਟਾਰਟਿੰਗ ਹੋ ਜਾਂਦੀ ਹੈ। ਫਿਰ ਉਹ ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ ਹੈ, ਐਕਸਪਲੋਇਟ ਕੀਤਾ ਜਾਂਦਾ ਹੈ, ਉਹਨਾਂ ਨੂੰ ਘੱਟ ਪੇਮੈਂਟ ਦੇ ਕੇ ਜ਼ਿਆਦਾ ਕੰਮ ਕਰਾਇਆ ਜਾਂਦਾ ਹੈ। ਤਾਂ ਇਸ ਤਰ੍ਹਾਂ ਜਦੋਂ ਕੀਤਾ ਜਾਂਦਾ ਤਾਂ ਹੌਲੀ ਹੌਲੀ ਉਹ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜਿਹੜਾ ਹੈਗਾ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਕ੍ਰਾਈਮ ਸ਼ੁਰੂ ਹੋ ਜਾਂਦਾ ਹੈ। ਹੁਣ ਇੱਥੇ ਚਾਈਲਡ ਲੇਬਰ ਸੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਸੋਸ਼ਲ ਪ੍ਰੋਬਲਮ ਸੀ, ਪਰ ਉਸਦੇ ਨਾਲ ਹੋਰ ਕਿੰਨੀਆਂ ਸਾਰੀਆਂ ਸੋਸ਼ਲ ਪ੍ਰੋਬਲਮਸ ਆ ਗਈਆਂ। ਇੱਕ ਤਾਂ ਜੋ ਵੀ ਲੇਬਰ ਹੈਗੀ ਆ ਉਹਨਾਂ ਨੂੰ ਇਨਹਿਊਮਨ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਨਾ, ਐਕਸਪਲਾਈਟ ਕੀਤਾ ਜਾ ਰਿਹਾ। ਜਦੋਂ ਇਸ ਤਰ੍ਹਾਂ ਹੋ ਰਿਹਾ ਤਾਂ ਉਹ ਕ੍ਰਿਮੀਨਲ ਬਣ ਰਹੇ ਨੇ। ਹੁਣ ਇੱਥੇ ਲਾਸ ਕਿਹਦਾ ਹੋ ਰਿਹਾ ਹੈ? ਜਿਹੜੇ ਛੋਟੇ ਬੱਚੇ ਨੇ, ਹੋ ਸਕਦਾ ਜੇਕਰ ਉਹਨਾਂ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਜਾਇਆ ਜਾਂਦਾ ਹੁੰਦਾ, ਐਜੂਕੇਸ਼ਨ ਦਿੱਤੀ ਹੁੰਦੀ, ਉਹ ਇੱਕ ਚੰਗੇ ਸਿਟੀਜ਼ਨ ਬਣਨ ਦੇ ਨਾਲ ਨਾਲ ਕਿਸੇ ਚੰਗੇ ਪ੍ਰੋਫੈਸ਼ਨ ਦੇ ਵਿੱਚ ਵੀ ਜਾ ਸਕਦੇ ਸੀਗੇ। ਇੱਥੇ ਲਾਸ ਫੈਮਿਲੀ ਦਾ ਵੀ ਹੋ ਰਿਹਾ, ਫੈਮਿਲੀ ਦੇ ਨਾਲ ਨਾਲ ਇੱਕ ਨੇਸ਼ਨ ਦਾ ਵੀ ਲਾਸ ਜਿਹੜਾ ਹੋ ਰਿਹਾ, ਕਿਉਂਕਿ ਹੋ ਸਕਦਾ ਜੇਕਰ ਇੱਕ ਛੋਟਾ ਬੱਚਾ ਹੈਗਾ ਜਿਹੜਾ ਕਿ ਇਸ ਤਰੀਕੇ ਨਾਲ ਜਿਹੜਾ ਹੈ ਕੰਮ ਕਰਵਾਇਆ ਗਿਆ, ਐਕਸਪਲੋਇਟ ਕੀਤਾ ਗਿਆ ਉਹਦੀ ਲਾਈਫ ਨੂੰ, ਤਾਂ ਜੇਕਰ ਉਸਨੂੰ ਇੱਕ ਸਹੀ ਡਾਇਰੈਕਸ਼ਨ ਮਿਲ ਜਾਂਦੀ, ਹੋ ਸਕਦਾ ਉਹ ਇੱਕ ਚੰਗਾ ਸਿਟੀਜ਼ਨ ਹੁੰਦਾ, ਇੱਕ ਅੱਛਾ ਸਾਇੰਟਿਸਟ ਵੀ ਬਣ ਸਕਦਾ ਸੀਗਾ, ਇੰਜੀਨੀਅਰ ਬਣ ਸਕਦਾ ਸੀ, ਕੁਛ ਵੀ ਆਪਣੀ ਸਕਿੱਲਸ ਦੇ ਅਕੋਰਡਿੰਗਲੀ ਇੱਕ ਅੱਛੀ ਜਿਹੜਾ ਹੈਗਾ ਸਿਟੀਜ਼ਨ ਹੋਣ ਦੇ ਨਾਲ ਨਾਲ ਉਹ ਆਪਣੀ ਨੇਸ਼ਨ ਦੇ ਵਿੱਚ ਵੀ ਕੰਟਰੀਬਿਊਸ਼ਨ ਕਰਦਾ। ਪਰ ਇੱਥੇ ਇਸ ਤਰ੍ਹਾਂ ਦੀ ਉਹਨੂੰ ਓਪਰਚੁਨਿਟੀਜ਼ ਨਹੀਂ ਮਿਲੀਆਂ, ਰਾਈਟ। ਇਹ ਤਾਂ ਇੱਕ ਨੋਰਮਲ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਉਹਨਾਂ ਨਾਲ ਇਨਹਿਊਮਨ ਟਰੀਟ ਕੀਤਾ ਜਾਂਦਾ ਹੈ ਨਾ, ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ, ਉਹਨਾਂ ਲਈ ਬੜੀ ਘਟੀਆ ਵਰਡਿੰਗ ਜਿਹੜੀ ਹੈਗੀ ਹੈ ਵਰਤੀ ਜਾਂਦੀ ਹੈ, ਐਕਸਪਲੋਇਟ ਕੀਤਾ ਜਾਂਦਾ। ਪਰ ਸਮ ਟਾਈਮ ਉਹਨਾਂ ਨਾਲ ਉਹਨਾਂ ਨੂੰ ਜਿਹੜਾ ਹੈਗਾ ਸੈਕਸ਼ੂਅਲੀ ਹਰਾਸ ਵੀ ਕੀਤਾ ਜਾਂਦਾ ਹੈ। ਇਹ ਵੀ ਇੱਕ ਮੇਜਰ ਸੋਸ਼ਲ ਪ੍ਰੋਬਲਮ, ਚਾਈਲਡ ਲੇਬਰ ਦੀ ਜਿਹੜੀ ਇੱਕ ਸੋਸ਼ਲ ਪ੍ਰੋਬਲਮ ਹੈਗੀ ਉਹਦੇ ਵਿੱਚੋਂ ਹੀ ਸਾਹਮਣੇ ਆਉਂਦੀ ਹੈ। ਜੇਕਰ ਚਾਈਲਡ ਲੇਬਰ ਹੋਈ ਤਾਂ ਇਸ ਤਰ੍ਹਾਂ ਦੇ ਜਿਹੜਾ ਹੈਗਾ ਓਪਰਚੁਨਿਟੀਜ਼ ਮਿਲੀਆਂ ਲੋਕਾਂ ਨੂੰ। ਜਿਹੜੇ ਛੋਟੇ ਬੱਚੇ ਹੈਗੇ ਨੇ, ਬॉयज़ ਵੀ ਹੋ ਸਕਦੇ ਨੇ, ਗਰਲਸ ਵੀ ਹੋ ਸਕਦੀਆਂ ਨੇ, ਕਿ ਉਹਨਾਂ ਨੂੰ ਸੈਕਸ਼ੂਅਲੀ ਹਰਾਸ ਕੀਤਾ ਜਾਂਦਾ ਹੈ। ਇਹ ਵੀ ਇੱਕ ਮੇਜਰ ਸੋਸ਼ਲ ਪ੍ਰੋਬਲਮ ਜਿਹੜੀ ਹੈਗੀ ਇਹਦੇ ਵਿੱਚੋਂ ਸਾਨੂੰ ਜਿਹੜੀ ਇਹਦੇ ਵਿੱਚੋਂ ਨਿਕਲਦੀ ਸਾਨੂੰ ਨਜ਼ਰ ਆਉਂਦੀ ਹੈ, ਰਾਈਟ। ਹੁਣ ਜਦੋਂ ਇਸ ਤਰ੍ਹਾਂ ਦੀ ਚਾਈਲਡ ਲੇਬਰ ਹੁੰਦੀ ਹੈ, ਕੌਨਸੀਕੁਐਂਸਿਸ ਕੀ ਨਿਕਲਦੇ ਨੇ ਉਹਦੇ? ਕੀ ਕ੍ਰਾਈਮ ਵੱਧ ਜਾਂਦਾ ਹੈ, ਜਿਹੜੇ ਇੱਕ ਚੰਗੀ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਸਕਦੇ ਸੀ ਉਹਨਾਂ ਨੂੰ ਸਹੀ ਜਿਹੜੀ ਹੈਗੀ ਹੈ ਡਾਇਰੈਕਸ਼ਨ ਨਹੀਂ ਮਿਲਦੀ। ਇਸ ਦੇ ਨਾਲ ਫੈਮਿਲੀ ਤਾਂ ਲਾਸ ਕਰ ਹੀ ਰਹੀ ਹੈ, ਕਿਉਂਕਿ ਜਦੋਂ ਇਸ ਤਰ੍ਹਾਂ ਦਾ ਬੱਚਿਆਂ ਦੇ ਵਿੱਚ ਕ੍ਰਿਮੀਨਲ ਐਕਟੀਵਿਟੀਜ਼ ਆ ਜਾਂਦੇ ਨੇ, ਉਹ ਆਪਣੇ ਘਰ ਵੀ ਛੱਡ ਦਿੰਦੇ ਆ। ਸਮਹਾਉ ਟਾਈਮ ਇਹ ਵੀ ਹੁੰਦਾ ਹੈ ਕਿ ਆਪਣੀ ਫੈਮਿਲੀ ਨੂੰ ਹੀ ਨੁਕਸਾਨ ਕਰ ਦਿੰਦੇ ਆ, ਮਰਡਰ ਕਰ ਦਿੰਦੇ ਆ ਕਿਸੇ ਦਾ, ਆਪਣੀ ਫੈਮਿਲੀ ਦੇ ਵਿੱਚ ਦਾ ਹੀ ਕਰ ਦਿੰਦੇ ਆ। ਕਈ ਵਾਰੀ ਇਹ ਵੀ ਹੁੰਦਾ ਕਿ ਉਹ ਜਿਹੜਾ ਡਰਗ ਵਗੈਰਾ ਜਿਹੜੀ ਹੈਗੀ ਆ ਲੈਣ ਲੱਗ ਜਾਂਦੇ ਨੇ। ਜਦੋਂ ਉਹਨਾਂ ਨੂੰ ਆਪਣੀਆਂ ਡਰੱਗਸ ਲੈਣ ਦੇ ਲਈ ਕੁਛ ਵੀ ਉਹਨਾਂ ਕੋਲ ਸੋਰਸਿਸ ਨਹੀਂ ਹੁੰਦੇ, ਉਹਨਾਂ ਕੋਲ ਪੈਸਾ ਨਹੀਂ ਹੁੰਦਾ, ਤਾਂ ਉਹ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਕਰਨ ਦੇ ਲਈ ਸੋਚਦੇ ਨਹੀਂ ਹੈਗੇ। ਤਾਂ ਇਸ ਦੇ ਨਾਲ ਵੀ ਜਿਹੜਾ ਹੈਗਾ ਉਹ ਇਸ ਦਾ ਲਾਸ ਜਿਹੜਾ ਹੈਗਾ ਫੈਮਿਲੀ ਨੂੰ ਵੀ ਹੋਣਾ, ਹੋ ਸਕਦਾ ਸੁਸਾਇਟੀ ਨੂੰ ਵੀ ਹੋ ਸਕਦਾ, ਸਟੇਟ ਨੂੰ ਵੀ ਹੋ ਰਿਹਾ, ਤੇ ਨਾਲ ਨਾਲ ਨੇਸ਼ਨ ਨੂੰ ਵੀ ਹੋ ਰਿਹਾ, ਰਾਈਟ। ਹੁਣ ਇਹ ਸਾਰਾ ਦੇਖਦੇ ਹੋਏ ਕਿ ਇੱਕ ਚਾਈਲਡ ਲੇਬਰ ਜਿਹੜੀ ਹੈਗੀ ਇੱਕ ਮੇਜਰ ਪ੍ਰੋਬਲਮ ਹੈਗੀ ਹੈ, ਕਿਵੇਂ ਕਿਵੇਂ ਸਾਡੇ ਸਾਹਮਣੇ ਆਉਂਦੀ ਹੈ, ਕਿਉਂਕਿ ਜਿਹੜੀਆਂ ਕੁਛ ਪੂਅਰ ਕੰਟਰੀਜ਼ ਨੇ, ਅੰਡਰ ਡਿਵੈਲਪਿੰਗ ਕੰਟਰੀਜ਼ ਨੇ, ਡਿਵੈਲਪਿੰਗ ਕੰਟਰੀਜ਼ ਨੇਗੀਆਂ, ਉੱਥੇ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਮੈਕਸੀਮਮ ਜਿਹੜੇ ਲੋਕ ਹੈਗੇ ਨੇ ਉਹਨਾਂ ਦੀਆਂ ਬੇਸਿਕ ਨੀਡਸ ਪੂਰੀਆਂ ਨਹੀਂ ਹੁੰਦੀਆਂ। ਬਹੁਤ ਸਾਰੀਆਂ ਸਟੇਟ ਸਾਡੇ ਇੰਡੀਆ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂਗੇ ਜਿੱਥੇ ਬਹੁਤ ਜ਼ਿਆਦਾ ਗਰੀਬੀ ਹੈਗੀ ਆ, ਬਹੁਤ ਜ਼ਿਆਦਾ ਗਰੀਬ ਫੈਮਲੀਜ਼ ਹੈਗੀਆਂ ਨੇਗੀਆਂ। ਉਹਨਾਂ ਸਟੇਟ ਦੇ ਵਿੱਚ ਕ੍ਰਾਈਮ ਰੇਟ ਵੀ ਬਹੁਤ ਜ਼ਿਆਦਾ ਅਸੀਂ ਦੇਖਦੇ ਹਾਂ। ਤਾਂ ਹੁਣ ਇੱਥੇ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕਿ ਕਿਵੇਂ
ਜਿਹੜਾ ਹੈਗਾ ਚਾਈਲਡ ਲੇਬਰ ਨੂੰ ਰੋਕਿਆ ਜਾ ਸਕੇ, ਕਿਵੇਂ ਉਸਨੂੰ ਕੰਟਰੋਲ ਵਿੱਚ ਕੀਤਾ ਜਾ ਸਕੇ, ਕਿਉਂਕਿ 100% ਰੋਕਣਾ ਤਾਂ ਇੰਪੋਸੀਬਲ ਹੈ। ਹੋ ਨਹੀਂ ਸਕਦਾ ਕਿ 100% ਜਿਹੜੀ ਹੈਗੀ ਹੈ ਚਾਈਲਡ ਲੇਬਰ ਨੂੰ ਰੋਕਿਆ ਜਾ ਸਕੇ ਜਾਂ ਖਤਮ ਕੀਤਾ ਜਾ ਸਕੇ। ਕੁਛ ਫੈਮਲੀਜ਼ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਦੀ ਜਿਹੜੀਆਂ ਲੋੜ ਹੈਗੀ ਹੈ ਕਿ ਉਹਨਾਂ ਦੀ ਫੁੱਲ ਫੈਮਿਲੀ ਕੰਮ ਕਰੇ, ਤਾਂ ਫਿਰ ਇੱਥੇ ਜਿਹੜਾ ਸਾਡੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ, ਐਡਮਿਨਿਸਟ੍ਰੇਸ਼ਨ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਐਫਰਟਸ ਕੀਤੇ ਗਏ ਜਿਸ ਦੇ ਨਾਲ ਜਿਹੜਾ ਕੰਮ ਕਰਨ ਦਾ ਪ੍ਰੋਸੈਸ ਹੈਗਾ ਜਾਂ ਕੰਮ ਹੈਗੇ ਨੇ, ਆਕੂਪੇਸ਼ਨ ਹੈਗੇ ਨੇ, ਉਹਨਾਂ ਨੂੰ ਡਿਵਾਈਡ ਕਰ ਦਿੱਤਾ, ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਦਿੱਤਾ। ਤੇ ਇੱਥੇ ਇਸ ਅਲੱਗ-ਅਲੱਗ ਪ੍ਰੋਸੈਸ ਜਿਹੜੇ ਹੈਗੇ ਨੇ ਆਕੂਪੇਸ਼ਨ ਦੇ, ਤੇ ਡਿਫਰੈਂਟ ਆਕੂਪੇਸ਼ਨ ਹੈਗੇ ਨੇ ਉਹਨਾਂ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ। ਤੇ ਉਸ ਦੇ ਨਾਲ ਹੀ ਇਹ ਕਿਹੜੇ ਆਕੂਪੇਸ਼ਨ ਦੇ ਵਿੱਚ ਬਿਲੋ 14 ਜਾਂ 15 ਇਅਰਸ 올ਡ ਚਾਈਲਡ ਜਿਹੜੇ ਹੈਗੇ ਨੇ ਉਹ ਕੰਮ ਕਰ ਸਕਦੇ ਆ, ਕਿਹੜੇ ਆਕੂਪੇਸ਼ਨ ਜਾਂ ਪ੍ਰੋਸੈਸ ਦੇ ਵਿੱਚ ਉਹ ਕੰਮ ਨਹੀਂ ਕਰ ਸਕਦੇ, ਰਾਈਟ। ਇਸ ਚੀਜ਼ ਨੂੰ ਡਿਸਾਈਡ ਕਰਨ ਦੇ ਲਈ ਚਾਈਲਡ ਲੇਬਰ ਐਕਟ ਜਿਹੜਾ ਹੈਗਾ 1986 ਦੇ ਵਿੱਚ ਜਿਹੜਾ ਲਿਆਂਦਾ ਗਿਆ ਤੇ ਇਹਨੂੰ ਇੰਪਲੀਮੈਂਟ ਕੀਤਾ ਗਿਆ, ਰਾਈਟ। ਇਸ ਦੇ ਵਿੱਚ ਕੁਝ ਆਕੂਪੇਸ਼ਨ ਦੇ ਲਈ 14 ਸਾਲ ਤੋਂ ਘੱਟ ਉਮਰ ਦੀ ਬੱਚਿਆਂ ਦੇ ਲਈ ਰੱਖਿਆ ਗਿਆ, ਕੁਝ ਜਿਹੜੇ ਹੈਗੇ ਨੇ ਉੱਥੇ 15 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹੈਗੇ ਨੇ ਕੰਮ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾਂ ਚਾਈਲਡ ਲੇਬਰ ਨੂੰ ਕੰਟਰੋਲ ਕਰਨ ਦੇ ਲਈ ਵਰਲਡ ਲੈਵਲ ਤੇ ਜੇ ਅਸੀਂ ਦੇਖੀਏ ਤਾਂ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ 1802 ਦੇ ਵਿੱਚ ਇਹ ਐਕਟ ਪਾਸ ਕੀਤਾ ਗਿਆ ਸੀਗਾ, ਜਿਸ ਦੇ ਅਕੋਰਡਿੰਗ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਹਿਊਮਨ ਬੀਇੰਗਸ ਹੈਗੇ ਨੇ, ਬੱਚੇ ਹੈਗੇ ਨੇ, ਉਹਨਾਂ ਦੀ ਹੈਲਥ ਨੂੰ ਕਿਸ ਤਰ੍ਹਾਂ ਸੇਫਟੀ ਪ੍ਰੋਵਾਈਡ ਕੀਤੀ ਜਾ ਸਕੇ। ਇਸ ਤੋਂ ਇਲਾਵਾ 1881 ਦੇ ਵਿੱਚ ਇੰਡੀਆ ਦੇ ਵਿੱਚ ਫੈਕਟਰੀ ਐਕਟ ਲਿਆਂਦਾ ਗਿਆ, ਜਿਸ ਦੇ ਅੰਡਰ ਇਹ ਕਿਹਾ ਗਿਆ ਸੀਗਾ ਕਿ ਬਿਲੋ 7 ਇਅਰਸ ਜਿਹੜਾ ਹੈਗਾ ਕੋਈ ਵੀ ਬੱਚਾ ਕੰਮ ਨਹੀਂ ਕਰੇਗਾ। ਟਾਈਮ ਟੂ ਟਾਈਮ ਬਹੁਤ ਸਾਰੇ ਐਕਟ ਆਉਂਦੇ ਰਹੇ ਨੇ, ਇੰਪਲੋਇਮੈਂਟ ਆਫ ਚਿਲਡਰਨ ਐਕਟ 1938, ਇਸ ਤਰ੍ਹਾਂ ਦੇ ਹੌਲੀ ਹੌਲੀ ਜਿਹੜੇ ਇਸ ਨੂੰ ਹੋਰ ਇੰਪਰੂਵ ਕਰਦੇ ਹੋਏ ਫਿਰ ਚਾਈਲਡ ਲੇਬਰ ਪ੍ਰੋਫੈਸ਼ਨ ਤੇ ਰੈਗੂਲੇਸ਼ਨ ਐਕਟ 1986 ਜਿਹੜਾ ਹੈਗਾ ਲਿਆਂਦਾ ਗਿਆ। ਇਸ ਐਕਟ ਦੇ ਵਿੱਚ ਇਹ ਕਿਹਾ ਗਿਆ ਕਿ ਆਰਟੀਕਲ ਜੋ ਕਿ ਆਲਰੇਡੀ ਸਾਡੇ ਫੰਡਾਮੈਂਟਲ ਰਾਈਟਸ ਸਾਨੂੰ ਦਿੱਤੇ ਗਏ ਆ, ਆਰਟੀਕਲ 39 ਜਸਟਿਸ ਪ੍ਰੋਵਾਈਡ ਕਰ ਰਿਹਾ, ਆਰਟੀਕਲ 41 ਸਾਨੂੰ ਐਜੂਕੇਸ਼ਨ ਦਾ ਰਾਈਟ ਦੇ ਰਿਹਾ ਹੈ ਨਾ, ਤੇ ਇਸ ਤੋਂ ਇਲਾਵਾ ਜਿਹੜਾ ਆਰਟੀਕਲ 47 ਹੈਗਾ ਪਬਲਿਕ ਹੈਲਥ ਤੇ ਗੁੱਡ ਕੁਆਲਿਟੀ ਆਫ ਫੂਡ ਪ੍ਰੋਵਾਈਡ ਕਰਾਉਣ ਦੀ ਜਿਹੜੀ ਹੈਗੇ ਸਾਨੂੰ ਰਾਈਟ ਦੇ ਰਿਹਾ। ਇਹ ਸਾਰੇ ਦੇਖਦੇ ਹੋਏ ਤਾਂ ਇਸ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਇਹ ਸਾਰੇ ਐਕਟ ਵੀ ਜਿਹੜੇ ਆਰਟੀਕਲ ਹੈਗੇ ਨੇ ਇਹ ਵੀ ਇੰਪਲੀਮੈਂਟ ਹੋ ਰਹੇ ਨੇ। ਫਿਰ ਇੱਥੇ ਇਸ ਜਿਹੜਾ ਚਾਈਲਡ ਲੇਬਰ ਐਕਟ 1986 ਲਿਆਂਦਾ ਗਿਆ, ਉਸ ਦੇ ਵਿੱਚ ਨਾਲ ਹੀ ਬੌਂਡਡ ਲੇਬਰ ਸੀ ਜਿਹੜੀ, ਉਸ ਨੂੰ ਵੀ ਕੰਸੀਡਰ ਕੀਤਾ ਗਿਆ। ਬੌਂਡਡ ਲੇਬਰ ਉਹ ਹੁੰਦੀ ਹੈ ਜਿੱਥੇ ਕਿ ਕੋਈ ਪਰਸਨ ਕਿਸੇ ਪਰਸਨ ਨੂੰ ਆਪਣੇ ਕੋਲ ਫੁੱਲ ਲਾਈਫ ਲਈ ਆਪਣੇ ਕੋਲ ਰੱਖ ਲੈਂਦਾ ਹੈ ਕਿ ਜੋ ਜਿਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦਾ ਹੈ ਉਸ ਤਰ੍ਹਾਂ ਦਾ ਕੰਮ ਕਰਵਾਏਗਾ, ਤੇ ਜੋ ਉਸ ਦੇ ਬਦਲੇ ਵਿੱਚ ਉਹਨੂੰ ਦੇਣਾ ਚਾਹੁੰਦਾ ਆਪਣੀ ਮਰਜ਼ੀ ਨਾਲ ਦੇਗਾ। ਬੌਂਡਡ ਲੇਬਰ ਦਾ ਕੰਸੈਪਟ ਹੈ, ਰਾਈਟ। ਸ਼ਾਰਟ ਕੁਐਸਚਨ ਆ ਸਕਦਾ ਹੈ ਬੌਂਡਡ ਲੇਬਰ ਤੇ, ਇਸ ਕਰਕੇ ਇਹ ਤੁਸੀਂ ਦੇਖ ਲਿਓ ਕਿ ਜਦੋਂ ਕੋਈ ਕਿਸੇ ਨੂੰ ਫੁੱਲ ਟਾਈਮ ਲਈ, ਫੁੱਲ ਲਾਈਫ ਦੇ ਲਈ ਆਪਣੇ ਕੋਲ ਜਿਹੜਾ ਹੈਗਾ ਰੱਖ ਲੈਂਦਾ ਹੈ, ਆਪਣੇ ਅਕੋਰਡਿੰਗਲੀ ਕੰਮ ਕਰਵਾਉਂਦਾ ਆਪਣੀ ਮਰਜ਼ੀ ਨਾਲ, ਉਹ ਕੰਮ ਦੇ ਬਦਲੇ ਕੁਝ ਦੇਣਾ ਚਾਹੁੰਦਾ ਜਾਂ ਨਹੀਂ ਦੇਣਾ ਚਾਹੁੰਦਾ ਉਹ ਆਪਣੀ ਉਸਦੀ ਆਪਣੀ ਮਰਜ਼ੀ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਐਕਟ 1986 ਜਿਹੜਾ ਲਿਆਂਦਾ ਗਿਆ ਸੀ, ਇਹ ਸਭ ਜਿਹੜਾ ਉਹਦੇ ਵਿੱਚ ਦੇਖਿਆ ਗਿਆ ਸੀਗਾ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹ ਸਭ ਜਿਹੜੀਆਂ ਸੋਸ਼ਲ ਪ੍ਰੋਬਲਮਸ ਆ ਰਹੀਆਂ ਨੇਗੀਆਂ ਇਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਫਿਰ ਸੈਂਟਰਲ ਗਵਰਨਮੈਂਟ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ। ਸੈਂਟਰਲ ਗਵਰਨਮੈਂਟ ਨੇ ਆਪਣੀਆਂ ਕੁਝ ਕੰਡੀਸ਼ਨਸ ਦੱਸਦੀਆਂ ਕਿ ਜਿਹੜੇ 14 ਸਾਲ ਜਾਂ 15 ਸਾਲ ਤੋਂ ਘੱਟ ਉਮਰ ਦੇ ਬੱਚੇ ਹੈਗੇ ਨੇ, ਉਹਨਾਂ ਤੋਂ ਰੇਲਵੇਜ਼ ਦੇ ਵਿੱਚ, ਮਾਈਨਸ ਦੇ ਵਿੱਚ, ਜਾਂ ਫਿਰ ਕਿਤੇ ਪਲਾਸਟਿਕ ਬਣ ਰਿਹਾ ਹੈ ਨਾ, ਕੋਈ ਹਾਰਡੈਸਟ ਕੰਮ ਹੋ ਰਿਹਾ ਹੈ, ਉੱਥੇ ਉਹਨਾਂ ਬੱਚਿਆਂ ਤੋਂ ਕੰਮ ਨਹੀਂ ਕਰਵਾਇਆ ਜਾਏਗਾ। ਤਾਂ ਇੱਥੇ ਇਹ ਕਿਹਾ ਗਿਆ ਕਿ ਕੁਝ ਇਸ ਤਰ੍ਹਾਂ ਦੇ ਕੰਮ ਕਰਨ ਦੀ ਪਰਮਿਸ਼ਨ 14 ਸਾਲ ਜਾਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਜਿੱਥੇ ਕਿ ਉਹਨਾਂ ਨੂੰ ਫਿਜ਼ੀਕਲੀ ਕੋਈ ਨੁਕਸਾਨ ਨਾ ਹੋਵੇ। ਤਾਂ ਇੱਥੇ ਫਿਰ ਇਹ ਕਨਫਿਊਜ਼ਨ
ਰਹੀ ਕਿ ਕਿਹੜਾ ਕੰਮ ਦਿੱਤਾ ਜਾ ਸਕਦਾ, ਕਿਹੜਾ ਕੰਮ ਨਹੀਂ ਦਿੱਤਾ ਜਾ ਸਕਦਾ। ਇਸ ਦੇ ਅੰਡਰ ਹੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਅ, ਜਦੋਂ ਚਾਈਲਡ ਲੇਬਰ ਨੂੰ ਲੈ ਕੇ ਇਹ ਸਾਰਾ ਦੇਖਿਆ ਜਾ ਰਿਹਾ ਸੀ, ਤਾਂ ਉਸ ਟਾਈਮ ਤੇ ਜਿਹੜੇ ਐਡਵੋਕੇਟ ਸੀਗੇ MS ਮਹਿਤਾ, ਉਹਨਾਂ ਨੇ ਦੇਖਿਆ ਕਿ ਤਾਮਿਲਨਾਡੂ ਜਿਹੜੀ ਸਟੇਟ ਹੈਗੀ ਆ, ਉੱਥੇ ਜਿਹੜੀ ਮਾਚਿਸ ਬਣਾਉਣ ਦੀ ਫੈਕਟਰੀ ਸੀਗੀ, ਉੱਥੇ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਬੱਚਿਆਂ ਨੂੰ ਲੇਬਰ ਦੇ ਲਈ ਰੱਖਿਆ ਹੋਇਆ ਸੀਗਾ। ਤਾਂ ਉੱਥੇ ਜਿਹੜੇ MS ਮਹਿਤਾ ਸੀਗੇ, ਉਹਨਾਂ ਨੇ ਤਾਮਿਲਨਾਡੂ ਗਵਰਨਮੈਂਟ ਦੇ ਅਗੇਂਸਟ ਜਿਹੜਾ ਹੈਗਾ ਕੋਰਟ ਕੇਸ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਕਿਹਾ ਗਿਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਵਾਇਆ ਜਾ ਸਕਦਾ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਤਾਮਿਲਨਾਡੂ ਦੀ ਗਵਰਨਮੈਂਟ ਸੀਗੀ, ਉਹਨਾਂ ਨੇ ਕਿਹਾ ਕਿ ਇੱਥੇ ਜਿਹੜਾ ਬੱਚੇ ਚਾਈਲਡ ਲੇਬਰ ਜਿਹੜੀ ਹੈਗੀ ਆ, ਬੱਚਿਆਂ ਤੋਂ ਕੰਮ ਜਿਹੜਾ ਲਿਆ ਜਾ ਰਿਹਾ, ਉਹ ਮੈਨੂਫੈਕਚਰਿੰਗ ਦੇ ਲਈ ਨਹੀਂ ਲਿਆ ਜਾਏਗਾ। ਮੈਨੂਫੈਕਚਰਿੰਗ ਤੋਂ ਹਟਾ ਕੇ ਉਸਨੂੰ ਉਹਨਾਂ ਬੱਚਿਆਂ ਨੂੰ ਪੈਕਿੰਗ ਦਾ ਕੰਮ ਦੇ ਲਈ ਰੱਖਿਆ ਜਾ ਸਕਦਾ ਹੈ। ਤੇ ਜਿਹੜੀ ਤਾਮਿਲਨਾਡੂ ਗਵਰਨਮੈਂਟ ਸੀਗੀ, ਉਹਨਾਂ ਨੇ ਜਿਹੜੇ ਬੱਚੇ ਉਹਨਾਂ ਨੇ ਮੈਨੂਫੈਕਚਰਿੰਗ ਦੇ ਲਈ ਰੱਖੇ ਹੋਏ ਸੀਗੇ, ਫਿਰ ਉਹਨਾਂ ਨੂੰ ਹਟਾ ਕੇ ਪੈਕਿੰਗ ਦਾ ਕੰਮ ਦੇ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਕੋਰਟ ਦਾ ਫੈਸਲਾ ਇਹ ਆਇਆ ਸੀਗਾ ਕਿ ਜਿਹੜੇ ਮੈਨੂਫੈਕਚਰਿੰਗ ਹੈਗੀ ਆ, ਉਹ ਪੈਕਿੰਗ ਦਾ ਜਿਹੜਾ ਏਰੀਆ ਹੈਗਾ, ਉਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾਣਾ ਚਾਹੀਦਾ, ਨਾਲ-ਨਾਲ ਨਹੀਂ ਹੋਣੇ ਚਾਹੀਦੇ, ਕਿਉਂਕਿ ਜੇ ਨਾਲ-ਨਾਲ ਹੋਣਗੇ ਤਾਂ ਪਤਾ ਨਹੀਂ ਚੱਲੇਗਾ ਕਿ ਬੱਚਿਆਂ ਤੋਂ ਕਿਹੜਾ ਕੰਮ ਕਰਵਾਇਆ ਜਾ ਰਿਹਾ। ਇਸ ਤਰ੍ਹਾਂ ਇਹ ਸਭ ਤੋਂ ਫਸਟ ਚਾਈਲਡ ਲੇਬਰ ਦਾ ਜਿਹੜਾ ਕੇਸ ਸੀਗਾ, ਤਾਮਿਲਨਾਡੂ ਦੇ ਵਿੱਚ ਹੋਇਆ ਸੀ। ਤੇ ਇੱਥੇ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੀ ਜਿਹੜੀ ਪਾਰਟਿਸਿਪੇਸ਼ਨ ਹੋਣੀ ਸ਼ੁਰੂ ਹੋ ਗਈ। ਤੇ ਇਸ ਦੇ ਨਾਲ ਹੀ ਫਿਰ ਇਸ ਨੂੰ ਕੰਟਰੋਲ ਕਰਨ ਦੇ ਲਈ ਇੱਕ ਸ਼ਡਿਊਲ ਬਣਾਇਆ ਗਿਆ। ਸ਼ਡਿਊਲ ਨੂੰ ਡਿਫਰੈਂਟ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਆਕੂਪੇਸ਼ਨ ਤੇ ਪ੍ਰੋਸੈਸ। ਹੁਣ ਇੱਥੇ ਇਹ ਡਿਸਾਈਡ ਕਰਨਾ ਕਿ ਆਕੂਪੇਸ਼ਨ ਕਿਹੜੇ-ਕਿਹੜੇ ਆਕੂਪੇਸ਼ਨ ਨੇ ਜਿਹੜਿਆਂ ਦੇ ਵਿੱਚ ਬੱਚਿਆਂ ਤੋਂ ਕੰਮ ਲਿਆ ਜਾ ਸਕਦਾ ਹੈ, ਕਿਹੜਾ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਬੱਚਿਆਂ ਤੋਂ ਕੰਮ ਲਿਆ ਜਾ ਸਕਦਾ ਹੈ, ਤੇ ਕਿਹੜੇ-ਕਿਹੜੇ ਉਹ ਆਕੂਪੇਸ਼ਨ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਐਜ਼ ਏ ਲੇਬਰ ਨਹੀਂ ਰੱਖਿਆ ਜਾ ਸਕਦਾ, ਤੇ ਇਸ ਤੋਂ ਇਲਾਵਾ ਉਹ ਕਿਹੜੇ ਪ੍ਰੋਸੈਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਤੋਂ ਕੰਮ ਨਹੀਂ ਕਰਵਾਇਆ ਜਾਏਗਾ। ਇਸ ਨੂੰ ਡਿਸਾਈਡ ਕਰਨ ਦੇ ਲਈ ਸੈਂਟਰਲ ਗਵਰਨਮੈਂਟ ਜਿਹੜੇ ਹੈਗੇ ਆ, ਉਹਨਾਂ ਨੇ ਇੱਕ ਐਡਵਾਈਜ਼ਰੀ ਕਮੇਟੀ ਬਣਾਈ, ਜਿਹੜੀ ਚਾਈਲਡ ਲੇਬਰ ਜਿਹੜੀ ਕਿੱਥੇ ਕਰਵਾਈ ਜਾ ਸਕਦੀ ਹੈ, ਕਿੱਥੇ ਨਹੀਂ ਕਰਵਾਈ ਜਾ ਸਕਦੀ, ਇਸ ਦੇ ਲਈ ਉਹਨਾਂ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੀ ਹੈਗੀ ਐਡਵਾਈਜ਼ਰੀ ਕਮੇਟੀ ਬਣੀ। ਫਿਰ ਇਸ ਐਡਵਾਈਜ਼ਰੀ ਕਮੇਟੀ ਨੂੰ ਜਿਹੜਾ ਹੈਗਾ ਟੈਕਨੀਕਲ ਐਡਵਾਈਜ਼ਰੀ ਕਮੇਟੀ ਕੰਸੀਡਰ ਕੀਤਾ ਗਿਆ, ਤੇ ਜਿਹੜਾ ਕਿ ਸੈਕਸ਼ਨ 5 ਦੇ ਅੰਡਰ ਆਉਂਦੀ ਹੈ। ਟੈਕਨੀਕਲ ਐਡਵਾਈਜ਼ਰੀ ਕਮੇਟੀ ਜਿਹੜੀ ਬਣਾਈ ਗਈ ਸੀ, ਚਾਈਲਡ ਲੇਬਰ ਨੂੰ ਕੰਟਰੋਲ ਕਰਨ ਦੇ ਲਈ ਕੁਝ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਹੋ ਰਹੀਆਂ ਨੇ, ਸੋਸ਼ਲ ਪ੍ਰੋਬਲਮ ਜਿਹੜੀਆਂ ਆ ਰਹੀਆਂ ਸੀਗੀਆਂ, ਉਹਨਾਂ ਨੂੰ ਸੋਲਵ ਕਰਨ ਦੇ ਲਈ। ਹੁਣ ਜਿਹੜੀ ਟੈਕਨੀਕਲ ਐਡਵਾਈਜ਼ਰੀ ਕਮੇਟੀ ਸੀ, ਉਸਨੇ ਇਹ ਡਿਸਾਈਡ ਕੀਤਾ ਕਿ ਕਿਹੜੇ ਕੰਮ ਨੇ ਜਿਹੜੇ ਕੰਮ ਬੱਚਿਆਂ ਤੋਂ ਕਰਵਾਏ ਜਾ ਸਕਦੇ ਤੇ ਕਿਹੜੇ ਨਹੀਂ ਕਰਵਾਏ ਜਾ ਸਕਦੇ। ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਇੰਪਲੋਇਮੈਂਟ ਸੀ, ਉਹਨਾਂ ਨੂੰ ਪ੍ਰਾਈਵੇਟ ਕੀਤਾ, ਤੇ ਨਾਲ ਹੀ ਇਹ ਦੱਸਿਆ ਕਿ ਕਿਹੜੇ ਆਕੂਪੇਸ਼ਨ ਜਾਂ ਕਿਹੜੇ ਪ੍ਰੋਸੈਸ ਹੈਗੇ ਨੇ ਜਿਨ੍ਹਾਂ ਦੇ ਵਿੱਚ 14 ਜਾਂ 15 ਸਾਲ ਤੋਂ ਘੱਟ ਬੱਚਿਆਂ ਨੂੰ ਨਹੀਂ ਲਿਆ ਜਾ ਸਕਦਾ। ਇਸ ਤਰ੍ਹਾਂ ਦੇ ਜਿਹੜੇ ਕੰਮ ਸੀਗੇ, ਜਿਵੇਂ ਮਾਈਨਸ ਦੇ ਲਈ, ਰੇਲਵੇਜ਼ ਦੇ ਲਈ, ਜਿਹੜੇ ਪਲਾਸਟਿਕ ਬਣ ਰਿਹਾ, ਕੁਛ ਵੀ ਇਸ ਤਰ੍ਹਾਂ ਦੇ ਕੰਮ ਜਿਹੜੇ ਹਾਰਡੈਸਟ ਕੰਮ ਸੀਗੇ, ਉਹਨਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਰੱਖਿਆ ਜਾਏਗਾ। ਜੇਕਰ ਕੁਛ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਦਾ ਹੈ ਤਾਂ ਉਸ ਦੇ ਅਗੇਂਸਟ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ। ਇਸ ਜਿਹੜੀ ਟੈਕਨੀਕਲ ਐਡਵਾਈਜ਼ਰੀ ਕਮੇਟੀ ਬਣਾਈ ਸੀਗੀ, ਇੱਥੇ ਟੈਕਨੀਕਲ ਐਡਵਾਈਜ਼ਰੀ ਕਮੇਟੀ ਨੇ ਇਹ ਦੱਸਿਆ ਕਿ ਕਿਹੜੇ-ਕਿਹੜੇ ਕੰਮਾਂ ਦੇ ਲਈ ਬੱਚਿਆਂ ਨੂੰ ਰੱਖਿਆ ਜਾ ਸਕਦਾ, ਉਹ ਉਹਨਾਂ ਨੇ ਇੱਕ ਆਪਣੀ ਲਿਸਟ ਦੇ ਦਿੱਤੀ। ਟਾਈਮ ਟੂ ਟਾਈਮ ਉਹਦੇ ਵਿੱਚ ਮੋਡੀਫਿਕੇਸ਼ਨ ਕਰਨ ਦਾ ਜਿਹੜਾ ਰਾਈਟ ਐਡਵਾਈਜ਼ਰੀ ਕਮੇਟੀ ਕੋਲ ਸੀਗਾ ਕਿ ਕਿਹੜੇ ਕੰਮਾਂ ਨੂੰ ਉਹਦੇ ਵਿੱਚ ਐਡ ਕੀਤਾ ਜਾ ਸਕਦਾ ਤੇ ਕਿਹੜੇ ਕੰਮਾਂ ਨੂੰ ਉਹਦੇ ਵਿੱਚੋਂ ਕੱਢਿਆ ਜਾ ਸਕਦਾ ਹੈ। ਫਿਰ ਇਹ ਜਦੋਂ ਇਹ ਡਿਸਾਈਡ ਕੀਤਾ ਗਿਆ ਕਿ ਕੁਛ ਇਹੋ ਜਿਹੇ ਕੰਮ ਹੈਗੇ ਨੇ, ਜਿਵੇਂ ਪੈਕਿੰਗ ਦਾ ਕੰਮ ਜਾਂ ਕੁਛ ਇਸ ਤਰ੍ਹਾਂ ਦੇ ਲਾਈਟ ਵਰਕ ਜਿਹੜਾ ਸੀਗਾ, ਉਹ ਕਰਨ ਦੇ ਲਈ ਬੱਚਿਆਂ ਨੂੰ ਪਰਮਿਸ਼ਨ ਦਿੱਤੀ ਗਈ। ਫਿਰ ਨਾਲ ਹੀ ਟੈਕਨੀਕਲ ਐਡਵਾਈਜ਼ਰੀ ਕਮੇਟੀ ਸੀ ਜਿਹੜੀ, ਉਹਨਾਂ ਨੇ ਕਿਹਾ ਕਿ ਇਸ ਦੇ ਲਈ ਜੋ ਵੀ ਬੱਚਿਆਂ ਨੂੰ ਇੰਪਲੋਏ ਰੱਖਦਾ ਹੈ, ਉਹਨਾਂ
ਨੂੰ ਰੈਗੂਲੇਸ਼ਨ ਐਕਟ ਦੇ ਅੰਡਰ ਇਹ ਦੱਸਣਾ ਹੁੰਦਾ ਹੈ ਕਿ ਜਿਹੜੇ ਬੱਚੇ ਉਹਨੇ ਲੇਬਰ ਦੇ ਲਈ ਰੱਖੇ ਹੋਏ ਨੇ ਉਹਨਾਂ ਦੀ ਹੈਲਥ ਤੇ ਉਹਨਾਂ ਦੀ ਸੇਫਟੀ ਦਾ ਜਿਹੜਾ ਹੈਗਾ ਉਹ ਉਹਨਾਂ ਦੀ ਰਿਸਪੌਂਸਿਬਿਲਟੀ ਹੋਏਗੀ। ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਥ ਪ੍ਰੋਬਲਮਸ ਜਾਂ ਹੈਲਥ ਇਸ਼ੂਜ਼ ਨਹੀਂ ਹੋਣੇ ਚਾਹੀਦੇ, ਸੇਫਟੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਤੇ ਕਿੰਨੇ ਟਾਈਮ ਜਾਂ ਕਿੰਨੇ ਘੰਟੇ ਦਾ ਕੰਮ ਉਹਨਾਂ ਤੋਂ ਕਰਵਾਇਆ ਜਾਵੇਗਾ, ਇਹ ਵੀ ਜਿਹੜਾ ਹੈਗਾ ਰਿਟਨ ਦੇ ਵਿੱਚ ਐਡਵਾਈਜ਼ਰੀ ਕਮੇਟੀ ਨੂੰ ਦੇਣਾ ਹੁੰਦਾ ਸੀ। ਜੇਕਰ ਕੋਈ ਕੰਮ ਲਈ ਰੱਖ ਰਿਹਾ ਕਿਸੇ ਛੋਟੇ ਬੱਚਿਆਂ ਨੂੰ ਤਾਂ ਉਸਨੇ ਐਡਵਾਈਜ਼ਰੀ ਕਮੇਟੀ ਨੂੰ ਜਿਹੜਾ ਹੈਗਾ ਆਪਣੀ ਡਿਟੇਲ ਸੈਂਡ ਕਰਨੀਆਂ ਹੁੰਦੀਆਂ ਨੇਗੀਆਂ। ਤੇ ਸਮਹਾਉ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨ ਜਿਹੜੀਆਂ ਹੈਗੇ ਨੇ, ਜੇਕਰ ਉਹ ਕੰਫਰਟੇਬਲ ਨਹੀਂ ਹੈਗੇ, ਉਹਨਾਂ ਨੂੰ ਕੰਫਰਟ ਪ੍ਰੋਵਾਈਡ ਕਰਾਉਣਾ, ਇਹ ਸਾਰਾ ਜਿਹੜਾ ਹੈਗਾ ਜੋ ਵੀ ਉਹਨਾਂ ਨੂੰ ਹਾਇਰ ਕਰ ਰਿਹਾ ਉਸਦੀ ਰਿਸਪੌਂਸਿਬਿਲਟੀ ਹੋਏਗੀ। ਇਸ ਦੇ ਨਾਲ ਹੀ ਜਿਹੜਾ ਜੋ ਵੀ ਚਾਈਲਡ ਲੇਬਰ ਅਪੁਆਇੰਟ ਕਰ ਰਹੇ ਹੈ ਉਸ ਦੇ ਲਈ ਕੰਪਲਸਰੀ ਹੈ ਕਿ ਹੈਲਥ ਤੇ ਸੇਫਟੀ ਪ੍ਰੋਵਾਈਡ ਕਰਵਾਏਗਾ। ਸੈਂਟਰ ਤੇ ਸਟੇਟ ਗਵਰਨਮੈਂਟ ਦੋਨੋਂ ਹੀ ਇਸ ਚੀਜ਼ ਨੂੰ ਆਪਣੇ ਅੰਡਰ ਰੱਖਦੀਆਂ ਨੇ। ਤੇ ਇਸ ਤੋਂ ਇਲਾਵਾ ਜਿਹੜਾ ਚਾਈਲਡ ਲੇਬਰ ਹੈਗੀ ਆ ਉਸ ਦਾ ਰਜਿਸਟਰ ਮੇਨਟੇਨ ਕਰਕੇ ਰੱਖਣਾ ਕੰਪਲਸਰੀ ਹੈ, ਜਿਸ ਦੇ ਵਿੱਚ ਚਾਈਲਡ ਜਿਹੜਾ ਹੈਗਾ ਕੰਮ ਲਈ ਰੱਖਿਆ ਗਿਆ ਉਸਦਾ ਨੇਮ ਹੋਏਗਾ, ਕਿੰਨੇ ਘੰਟੇ ਤੋਂ ਕੰਮ ਕਰਵਾਇਆ ਜਾ ਰਿਹਾ ਉਹ ਦੱਸਿਆ ਜਾਏਗਾ, ਤੇ ਨੇਚਰ ਆਫ ਵਰਕ ਕੰਮ ਕੀ ਹੈ ਇਹ ਦੱਸਿਆ ਜਾਏਗਾ, ਰਾਈਟ। ਇਸ ਤੋਂ ਇਲਾਵਾ ਜਿਹੜੇ ਡਿਸਪਲੇਸ ਹੁੰਦੀਆਂ ਨੇਗੀਆਂ ਨੋਟਿਸ ਬੋਰਡ ਤੇ ਡਿਸਪਲੇ ਕੀਤਾ ਜਾਏਗਾ ਉਹਨਾਂ ਦੇ ਨੇਮ, ਉਹਨਾਂ ਦੀ ਡਿਟੇਲਸ, ਜਿਹੜੇ ਜੋ ਵੀ ਕੰਮ ਉਹਨਾਂ ਨੂੰ ਦਿੱਤਾ ਜਾ ਰਿਹਾ ਜਾਂ ਕੰਡੀਸ਼ਨਸ ਟਰਮ ਜਿਹੜੀਆਂ ਹੈਗੀਆਂ ਨੇ ਉਹ ਲਿਖੀਆਂ ਜਾਣਗੀਆਂ ਲੋਕਲ ਲੈਂਗੁਏਜ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ। ਜੇਕਰ ਕੋਈ ਇਸ ਤਰ੍ਹਾਂ ਨਹੀਂ ਕਰ ਰਿਹਾ, ਗੱਲ ਨਹੀਂ ਇਸ ਤਰ੍ਹਾਂ ਦੀਆਂ ਫਾਰਮੈਲਿਟੀਜ਼ ਨੂੰ ਫੋਲੋ ਨਹੀਂ ਕਰ ਰਿਹਾ, ਰਜਿਸਟਰ ਮੇਨਟੇਨ ਨਹੀਂ ਕਰ ਰਿਹਾ, ਡਿਸਪਲੇ ਬੋਰਡ ਨਹੀਂ ਲਗਾ ਰਿਹਾ, ਤਾਂ ਉਸਨੂੰ ਜਿਹੜੀ ਹੈਗੀ ਹੈ ਇਸ ਦੇ ਅਗੇਂਸਟ ਪਨਿਸ਼ਮੈਂਟ ਮਿਲਦੀ ਹੈ। ਕਿਉਂਕਿ ਇਹ ਸਾਰੇ ਨੂੰ ਹੈਂਡਲ ਕਰਨ ਦੇ ਲਈ, ਕੰਟਰੋਲ ਕਰਨ ਦੇ ਲਈ ਇੰਸਪੈਕਟਰ ਅਪੁਆਇੰਟ ਕੀਤਾ ਜਾਂਦਾ ਹੈ। ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਨੋਂ ਹੀ ਇੰਸਪੈਕਟਰ ਜਿਹੜਾ ਹੈਗਾ ਨੇ ਅਪੁਆਇੰਟ ਕਰਦੀਆਂ ਨੇਗੀਆਂ। ਤੇ ਜਦੋਂ ਕੋਈ ਇਸ ਤਰ੍ਹਾਂ ਦੇ ਫੋਲੋ ਨਹੀਂ ਕਰ ਰਿਹਾ ਹੁੰਦਾ ਤਾਂ ਉਸ ਦੇ ਅਗੇਂਸਟ ਐਕਸ਼ਨ ਲੈਣ ਦੇ ਲਈ ਉੱਥੇ ਟਾਈਮ ਟੂ ਟਾਈਮ ਜਿਹੜਾ ਹੈਗਾ ਇੰਸਪੈਕਟਰ ਵਿਜ਼ਿਟ ਕਰਦਾ ਰਹਿੰਦਾ ਹੈ। ਤੇ ਨਾਲ ਹੀ ਜਿਹੜੇ ਛੋਟੇ ਬੱਚੇ ਹੈਗੇ ਨੇ ਉਹਨਾਂ ਤੋਂ ਆਫਟਰ 7 PM to 8 AM ਸ਼ਾਮ ਦੇ 7 ਵਜੇ ਤੋਂ ਸਵੇਰ ਦੇ 8 ਵਜੇ ਤੱਕ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਲਿਆ ਜਾ ਸਕਦਾ। ਵੀਕਐਂਡ ਤੇ ਹੌਲੀਡੇਜ਼ ਉਹਨਾਂ ਨੂੰ ਮਿਲਣਗੀਆਂ। ਇਹ ਸਾਰਾ ਜਿਹੜਾ ਹੈਗਾ ਰਿਟਨ ਦੇ ਵਿੱਚ ਟੈਕਨੀਕਲ ਐਡਵਾਈਜ਼ਰੀ ਕਮੇਟੀ ਜਿਹੜੀ ਹੈਗੀ ਉਹਨਾਂ ਨੂੰ ਜਿਹੜਾ ਲਿਖ ਕੇ ਦਿੱਤਾ ਜਾਂਦਾ ਹੈ। ਤੇ ਜੇਕਰ ਕੋਈ ਇਸ ਤਰ੍ਹਾਂ ਦੀ ਕੁਝ ਵੀ ਫੋਲੋ ਨਹੀਂ ਕਰ ਰਿਹਾ ਜਾਂ ਕੁਝ ਇਸ ਤਰ੍ਹਾਂ ਦਾ ਮਿਲਿਆ ਕਿ ਉਸਨੇ ਗਲਤ ਕੀਤਾ, ਚਾਈਲਡ ਜਿਹੜੇ ਰੱਖੇ ਸੀ ਬੱਚੇ ਲੇਬਰ ਦੇ ਲਈ ਰੱਖੇ ਸੀ ਉਹਨਾਂ ਦੀ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨਸ ਫੋਲੋ ਨਹੀਂ ਕੀਤੀਆਂ ਜਾਂ ਉਹਨਾਂ ਤੋਂ ਕੰਮ ਕੁਝ ਇਸ ਤਰ੍ਹਾਂ ਦੇ ਕਰਵਾ ਰਹੇ ਆ ਕਿ ਜਿਹੜੇ ਅਲਾਉ ਨਹੀਂ ਹੈਗੇ, ਤਾਂ ਉਸ ਦੇ ਅਗੇਂਸਟ ਜਿਹੜਾ ਹੈਗਾ ਉਸ ਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਪਨਿਸ਼ਮੈਂਟ ਜਿਹੜੀ ਸੀ ਪਹਿਲਾਂ 2016 ਤੋਂ ਪਹਿਲਾਂ ਜਿਹੜੀ ਸੀਗੀ ਉਹ ਹੋਰ ਸੀ। 2016 ਦੇ ਵਿੱਚ ਇਸ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀਗੀ। ਜਿਹੜੀ ਪਹਿਲਾਂ ਦੀ ਪਨਿਸ਼ਮੈਂਟ ਸੀਗੀ ਉਹਦੇ ਵਿੱਚ ਫਾਈਨ ਜਿਹੜਾ ਹੈਗਾ 10,000 ਤੋਂ 20,000 ਦਿੱਤਾ ਜਾਂਦਾ ਸੀ। ਪਨਿਸ਼ਮੈਂਟ ਦੇ ਲਈ ਉਹਨੂੰ ਜੇਲ੍ਹ ਭੇਜਿਆ ਜਾਂਦਾ ਸੀਗਾ 3 ਮੰਥ ਤੋਂ 1 year ਦੇ ਲਈ। ਫਿਰ ਜਿਹੜੀ ਅਮੈਂਡਮੈਂਟ ਕੀਤੀ ਗਈ ਆ ਉਸ ਦੇ ਵਿੱਚ ਜਿਹੜੀ ਜੋ ਵੀ ਕੋਈ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਸ ਤਰ੍ਹਾਂ ਦੇ ਕੰਮ ਕਰਾਉਂਦਾ ਜੋ ਕਿ ਅਲਾਉ ਨਹੀਂ ਹੈਗੇ, ਤਾਂ ਉਸਨੂੰ 6 ਮੰਥ ਤੋਂ 2 year ਤੱਕ ਜੇਲ੍ਹ ਜਿਹੜਾ ਹੈਗਾ ਭੇਜਿਆ ਜਾ ਸਕਦਾ ਹੈ। ਫਾਈਨ ਦੇ ਲਈ ਉਹਨੂੰ 20,000 ਤੋਂ 50,000 ਤੱਕ ਜਿਹੜਾ ਹੈਗਾ ਪੇ ਕਰਨਾ ਪੈ ਸਕਦਾ ਹੈ। ਜੇਕਰ ਫਿਰ ਰਿਪੀਟ ਕਰਦਾ ਕੋਈ ਇਸ ਤਰ੍ਹਾਂ ਦੀ ਗਲਤੀ ਜੋ ਉਸਨੂੰ ਆਲਰੇਡੀ ਪਨਿਸ਼ਮੈਂਟ ਨੂੰ ਮਿਲ ਚੁੱਕੀ ਹੈ, ਇਸ ਤਰ੍ਹਾਂ ਦੀ ਐਕਟੀਵਿਟੀ ਕਰ ਚੁੱਕਿਆ, ਜੇ ਉਹ ਰਿਪੀਟ ਕਰਦਾ ਫਿਰ 1 year to 3 year ਤੱਕ ਜਿਹੜੀ ਹੈਗੀ ਉਹਨੂੰ ਜੇਲ੍ਹ ਦੇ ਵਿੱਚ ਕੀਤਾ ਜਾ ਸਕਦਾ ਹੈ। ਤੇ ਨਾਲ ਹੀ ਉਸਨੂੰ ਫਾਈਨ ਜਿਹੜਾ ਹੈਗਾ ਅਲੱਗ ਤੋਂ ਪੇ ਕਰਨਾ ਪੈਂਦਾ ਹੈ। ਇਸ ਤਰ੍ਹਾਂ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਆ ਕੌਂਸਟੀਟਿਊਸ਼ਨ ਦੇ ਅੰਡਰ ਚਾਈਲਡ ਲੇਬਰ ਐਕਟ 1986 ਲਿਆਉਣ ਤੋਂ ਬਾਅਦ ਦੇ ਵਿੱਚ ਕੁਛ ਹੱਦ ਤੱਕ ਜਿਹੜੇ ਹੈਗੇ ਚਾਈਲਡ ਲੇਬਰ ਦੀ ਜਿਹੜੇ ਉਹਨੂੰ ਹਰਾਸਮੈਂਟ ਕੀਤੀ ਜਾਂਦੀ ਸੀ ਫਿਜ਼ੀਕਲੀ, ਸੈਕਸ਼ੂਅਲੀ, ਜਾਂ ਉਹਨਾਂ ਤੋਂ ਜ਼ਿਆਦਾ ਕੰਮ ਕਰਵਾਇਆ ਜਾਂਦਾ ਸੀਗਾ, ਪੇਮੈਂਟ ਘੱਟ ਕੀਤੀ ਜਾਂਦੀ ਸੀ। ਇਸ ਤਰ੍ਹਾਂ ਦੇ ਜਿਹੜੇ ਹੈਗੇ ਕੁਛ ਐਕਟੀਵਿਟੀ ਸੀਗੀਆਂ ਉਹਨਾਂ ਦੇ ਕੁਛ ਹੱਦ ਤੱਕ ਉਹਦੇ ਜਿਹੜੇ ਕੰਟਰੋਲ ਹੋਇਆ। ਇਸ ਨੂੰ
ਕੰਟਰੋਲ ਕਰਨ ਦੇ ਲਈ ਟਾਈਮ ਟੂ ਟਾਈਮ ਐਫਰਟਸ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਆ ਉਹਨਾਂ ਛੋਟੇ ਬੱਚਿਆਂ ਦੇ ਲਈ ਜਿਹੜੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਉਹਨਾਂ ਦੀ ਵੈਲਫੇਅਰ ਦੇ ਲਈ 15,000 ਜਿਹੜਾ ਹੈਗਾ ਉਹਨਾਂ ਨੂੰ ਫੰਡ ਵੀ ਜਿਹੜਾ ਹੈਗਾ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਚਾਈਲਡ ਲੇਬਰ ਨੂੰ ਖਤਮ ਕਰਨ ਦੇ ਲਈ ਚਿਲਡਰਨ ਵੈਲਫੇਅਰ ਲਈ ਬਹੁਤ ਸਾਰੀਆਂ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਬਹੁਤ ਸਾਰੀਆਂ ਪਾਲਿਸੀਜ਼ ਪ੍ਰੋਗਰਾਮ ਤੇ ਸਕੀਮਸ ਜਿਹੜੀ ਹੈਗੀ ਆ ਇੰਪਲੀਮੈਂਟ ਕਰਦੀ ਰਹਿੰਦੀ ਹੈ।